ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਰੋਜ਼ਿਆਂ ਦੇ ਤੀਜੇ ਹਫ਼ਤੇ ਦਾ ਬੁੱਧਵਾਰ ਹੈ। ਆਓ ਅਸੀਂ ਅੱਜ ਪ੍ਰਭੂ ਦੀ ਬਾਣੀ ਨੂੰ ਸੁਣੀਏ। ਅੱਜ ਦਾ ਪਹਿਲਾ ਪਾਠ ਵਿਵਸਥਾ ਸਾਰ ਦੀ ਪੁਸਤਕ ਉਸ ਦਾ ਚੌਥਾ ਅਧਿਆਇ ਪਹਿਲੀ ਐਤ 5 ਤੋਂ ਲੈ ਕੇ 9 ਐਤ ਤੱਕ, ਅਤੇ ਅੱਜ ਦੀ ਅੰਜੀਲ ਮੱਤੀ ਦੀ ਉਸ ਦਾ 5ਵਾਂ ਅਧਿਆਇ 17 ਤੋਂ 19 ਐਤ ਨੂੰ ਅਸੀਂ ਧਿਆਨ ਦੇ ਨਾਲ ਸੁਣੀਏ, ਉਹਦੇ ਉੱਤੇ ਮਨਨ ਕਰੀਏ ਅਤੇ ਜੋ ਸੰਦੇਸ਼ ਅੱਜ ਪ੍ਰਭੂ ਸਾਨੂੰ ਦੇਣਾ ਚਾਹੁੰਦਾ ਉਸ ਅਨੁਸਾਰ ਅਸੀਂ ਆਪਣਾ ਜੀਵਨ ਬਸਰ ਕਰੀਏ। ਪਾਠ ਪਹਿਲਾ ਵਿਵਸਥਾ ਸਾਰ ਦੀ ਪੁਸਤਕ ਵਿੱਚੋਂ ਉਸ ਦਾ 4 ਬਾਬ 1 ਆਇਤ ਅਤੇ 5 ਤੋਂ 9 ਆਇਤ ਤੱਕ। ਤਦ ਮੂਸਾ ਨੇ ਲੋਕਾਂ ਨੂੰ ਕਿਹਾ, ਇਸਰਾਏਲੀ ਕੌਮ ਦੇ ਲੋਕੋ, ਜਿਨ੍ਹਾਂ ਵਿਧੀਆਂ ਅਤੇ ਵਿਧਾਨ ਬਾਰੇ ਮੈਂ ਤੁਹਾਨੂੰ ਅੱਜ ਇਸ ਵੇਲੇ ਦੱਸ ਰਿਹਾ ਹਾਂ, ਇਹਨਾਂ ਨੂੰ ਧਿਆਨ ਨਾਲ ਸੁਣੋ। ਤੁਸੀਂ ਇਹਨਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰੋ ਤਾਂ ਜੋ ਤੁਸੀਂ ਜੀ ਸਕੋ ਅਤੇ ਉਸ ਧਰਤੀ 'ਤੇ ਜਾ ਕੇ ਆਪਣਾ ਕਬਜ਼ਾ ਕਰ ਸਕੋ ਜੋ ਤੁਹਾਨੂੰ ਤੁਹਾਡੇ ਪੁਰਖਿਆਂ ਦਾ ਪ੍ਰਭੂ ਪਰਮੇਸ਼ਵਰ ਦੇ ਰਿਹਾ ਹੈ। ਮੈਂ ਤੁਹਾਨੂੰ ਪਰਮੇਸ਼ਵਰ ਤੋਂ ਮੈਨੂੰ ਮਿਲੀ ਆਗਿਆ ਅਨੁਸਾਰ ਸਭ ਵਿਧੀਆਂ ਅਤੇ ਵਿਧਾਨ ਸਿਖਾ ਦਿੱਤੇ ਹਨ ਕਿ ਤੁਸੀਂ ਉਸ ਧਰਤੀ 'ਤੇ ਇਹਨਾਂ ਦੀ ਪਾਲਣਾ ਕਰੋ ਜਿਸ 'ਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ। ਇਸ ਲਈ ਤੁਸੀਂ ਇਹਨਾਂ ਦੀ ਪਾਲਣਾ ਕਰੋ ਅਤੇ ਇਹਨਾਂ ਅਨੁਸਾਰ ਚੱਲੋ। ਦੂਜਿਆਂ ਲੋਕਾਂ ਦੇ ਸਾਹਮਣੇ ਇਹੀ ਤੁਹਾਡੀ ਬੁੱਧ ਅਤੇ ਸਮਝ ਦਾ ਆਧਾਰ ਹਨ। ਉਹ ਲੋਕ ਜਦੋਂ ਇਹਨਾਂ ਸਭ ਵਿਧੀਆਂ ਬਾਰੇ ਸੁਣਨਗੇ ਤਾਂ ਉਹ ਕਹਿਣਗੇ, ਸੱਚਮੁੱਚ ਇਹ ਕੌਮ ਬੁੱਧੀਮਾਨ ਅਤੇ ਸਮਝਦਾਰ ਹੈ। ਉਹ ਕੌਮ ਕਿੰਨੀ ਮਹਾਨ ਹੈ ਜਿਸ ਦਾ ਦੇਵਤਾ ਉਸ ਦੇ ਬਹੁਤ ਹੀ ਨੇੜੇ ਹੈ, ਜਿਸ ਤਰ੍ਹਾਂ ਪ੍ਰਭੂ ਸਾਡਾ ਪਰਮੇਸ਼ਵਰ ਸਾਡੇ ਨੇੜੇ ਹੈ। ਉਹ ਕੌਮ ਕਿੰਨੀ ਮਹਾਨ ਹੈ ਜਿਸ ਕੋਲ ਇਸ ਪਵਿੱਤਰ ਵਿਵਸਥਾ ਜਿਹੀਆਂ ਵਿਧੀਆਂ ਅਤੇ ਵਿਧਾਨ ਹਨ ਜੋ ਮੈਂ ਅੱਜ ਤੁਹਾਡੇ ਸਾਹਮਣੇ ਰੱਖੀਆਂ ਹਨ। ਤੁਸੀਂ ਕੇਵਲ ਸੁਚੇਤ ਰਹੋ ਅਤੇ ਆਪਣੇ ਆਪ ਦਾ ਪੂਰਨ ਧਿਆਨ ਰੱਖੋ ਤਾਂ ਜੋ ਤੁਸੀਂ ਇਹ ਸਭ ਗੱਲਾਂ ਭੁੱਲ ਨਾ ਜਾਓ ਜੋ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਵੇਖ ਚੁੱਕੇ ਹੋ। ਸਗੋਂ ਤੁਸੀਂ ਇਹਨਾਂ ਗੱਲਾਂ ਦੀ ਆਪਣੇ ਜੀਵਨ ਭਰ ਪਾਲਣਾ ਕਰੋ ਅਤੇ ਇਹਨਾਂ ਨੂੰ ਆਪਣੀ ਸੰਤਾਨ ਅਤੇ ਸੰਤਾਨ ਦੀ ਸੰਤਾਨ ਨੂੰ ਵੀ ਸਿਖਾਓ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਮੱਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਇਹ ਨਾ ਸੋਚੋ ਕਿ ਮੈਂ ਸ਼ਰ੍ਹਾ ਅਤੇ ਨਬੀਆਂ ਨੂੰ ਖਤਮ ਕਰਨ ਆਇਆ ਹਾਂ। ਮੈਂ ਉਹਨਾਂ ਨੂੰ ਖਤਮ ਨਹੀਂ ਸਗੋਂ ਪੂਰਾ ਕਰਨ ਆਇਆ ਹਾਂ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਆਕਾਸ਼ ਅਤੇ ਧਰਤੀ ਟਲ ਜਾਣ, ਵਿਧਾਨ ਵਿੱਚੋਂ ਇੱਕ ਵੀ ਮਾਤਰਾ ਜਾਂ ਇੱਕ ਵੀ ਬਿੰਦੀ ਟਲ ਨਹੀਂ ਜਾਵੇਗੀ ਜਦ ਤੱਕ ਸਭ ਕੁਝ ਪੂਰਾ ਨਾ ਹੋ ਜਾਵੇ। ਇਸ ਲਈ ਜੋ ਕੋਈ ਇਹਨਾਂ ਆਗਿਆਵਾਂ ਵਿੱਚੋਂ ਇੱਕ ਛੋਟੀ ਤੋਂ ਛੋਟੀ ਨੂੰ ਵੀ ਪੂਰਾ ਕਰਨ ਵਿੱਚ ਢਿੱਲ ਕਰਦਾ ਹੈ ਅਤੇ ਦੂਜਿਆਂ ਨੂੰ ਇਸੇ ਤਰ੍ਹਾਂ ਕਰਨਾ ਸਿਖਾਉਂਦਾ ਹੈ, ਉਹ ਸਵਰਗ ਰਾਜ ਵਿੱਚ ਸਭ ਤੋਂ ਛੋਟਾ ਸਮਝਿਆ ਜਾਵੇਗਾ। ਪਰ ਜੋ ਕੋਈ ਇਹਨਾਂ ਦੀ ਪਾਲਣਾ ਕਰਦਾ ਹੈ ਅਤੇ ਹੋਰਨਾਂ ਨੂੰ ਪਾਲਣਾ ਕਰਨੀ ਸਿਖਾਉਂਦਾ ਹੈ, ਉਹ ਸਵਰਗ ਰਾਜ ਵਿੱਚ ਸਭ ਤੋਂ ਵੱਡਾ ਸਮਝਿਆ ਜਾਵੇਗਾ। ਮੈਂ ਤੁਹਾਨੂੰ ਕਹਿੰਦਾ ਹਾਂ, ਜਦ ਤੱਕ ਤੁਹਾਡੀ ਧਾਰਮਿਕਤਾ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਦੀ ਧਾਰਮਿਕਤਾ ਤੋਂ ਅੱਗੇ ਨਹੀਂ ਵੱਧਦੀ ਤਾਂ ਤੁਸੀਂ ਕਦੇ ਵੀ ਸਵਰਗ ਰਾਜ ਵਿੱਚ ਦਾਖਲ ਨਹੀਂ ਹੋਵੋਗੇ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਦੀ ਅੰਜੀਲ ਦੇ ਵਿੱਚ ਪ੍ਰਭੂ ਯੀਸ਼ੂ ਦੋ ਕਿਸਮ ਦੇ ਇਨਸਾਨਾਂ ਦੀ ਗੱਲ ਕਰਦਾ ਹੈ।
ਵੱਡੇ ਅਤੇ ਛੋਟੇ ਦੀ। ਪ੍ਰਭੂ ਦੀਆਂ ਨਜ਼ਰਾਂ ਦੇ ਵਿੱਚ ਵੱਡਾ ਅਤੇ ਮਹਾਨ ਕੌਣ ਹੈ? ਉਹ ਜੋ ਪ੍ਰਭੂ ਦੇ ਹੁਕਮਾਂ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਦਾ ਹੈ ਅਤੇ ਦੂਜਿਆਂ ਨੂੰ ਵੀ ਉਹਨਾਂ ਹੁਕਮਾਂ ਦੇ ਅਨੁਸਾਰ ਜੀਵਨ ਗੁਜ਼ਾਰਨ ਦੇ ਲਈ ਪ੍ਰੇਰਨਾ ਦਿੰਦਾ ਹੈ। ਛੋਟਾ ਅਤੇ ਮਾੜਾ ਇਨਸਾਨ ਪ੍ਰਭੂ ਦੀਆਂ ਨਜ਼ਰਾਂ ਵਿੱਚ ਉਹ ਹੈ ਜਿਹੜਾ ਦੂਜਿਆਂ ਨੂੰ ਕੁਰਾਹੇ ਪਾਉਂਦਾ ਹੈ, ਜਿਹੜਾ ਦੂਜਿਆਂ ਨੂੰ ਗਲਤ ਸਿੱਖਿਆ ਦਿੰਦਾ ਹੈ ਅਤੇ ਉਹਨਾਂ ਨੂੰ ਗਲਤ ਕੰਮ ਕਰਨ ਦੇ ਲਈ ਪ੍ਰੇਰਨਾ ਦਿੰਦਾ ਹੈ। ਉਹ ਪ੍ਰਭੂ ਦੀਆਂ ਨਜ਼ਰਾਂ ਦੇ ਵਿੱਚ ਛੋਟਾ ਅਤੇ ਮਾੜਾ ਹੈ। ਤੇ ਪਿਆਰਿਓ, ਅੱਜ ਦਾ ਪਹਿਲਾ ਪਾਠ ਵੀ ਅਸੀਂ ਬੜੇ ਧਿਆਨ ਦੇ ਨਾਲ ਸੁਣਿਆ ਹੈ, ਜਿੱਥੇ ਮੂਸਾ ਇਸਰਾਈਲੀ ਕੌਮ ਨੂੰ ਹਦਾਇਤ ਦਿੰਦਾ ਹੈ। ਤੇ ਉਹ ਹਦਾਇਤ ਕੀ ਹੈ, ਉਹਨੂੰ ਅਸੀਂ ਇੱਕ ਵਾਰੀ ਫਿਰ ਦੁਬਾਰਾ ਸੁਣੀਏ। ਵਿਵਸਥਾ ਸਾਰ ਦੀ ਪੁਸਤਕ ਉਸ ਦਾ 4 ਅਧਿਆਇ ਉਹਦੀ ਪਹਿਲੀ ਆਇਤ ਦੇ ਵਿੱਚ ਮੂਸਾ ਕਹਿੰਦਾ ਹੈ, ਇਸਰਾਈਲੀ ਕੌਮ ਦੇ ਲੋਕੋ, ਜਿਨ੍ਹਾਂ ਵਿਧੀਆਂ ਅਤੇ ਵਿਧਾਨ ਦੇ ਬਾਰੇ ਮੈਂ ਤੁਹਾਨੂੰ ਅੱਜ ਇਸ ਵੇਲੇ ਦੱਸ ਰਿਹਾ ਹਾਂ, ਇਹਨਾਂ ਨੂੰ ਧਿਆਨ ਦੇ ਨਾਲ ਸੁਣੋ, ਇਹਨਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰੋ, ਤਾਂ ਜੋ ਤੁਸੀਂ ਜੀ ਸਕੋ ਅਤੇ ਉਸ ਧਰਤੀ ਤੇ ਜਾ ਕੇ ਆਪਣਾ ਕਬਜ਼ਾ ਕਰ ਸਕੋ ਜੋ ਤੁਹਾਨੂੰ ਤੁਹਾਡੇ ਪੁਰਖਿਆਂ ਦਾ ਪਰਮੇਸ਼ਵਰ ਦੇ ਰਿਹਾ ਹੈ। ਦੇਖੋ, ਅੱਜ ਪ੍ਰਭੂ ਬੜਾ ਸਾਫ਼ ਹੈ ਅੱਜ ਆਪਣੇ ਸ਼ਬਦਾਂ ਨੂੰ ਦੱਸਣ ਦੇ ਵਿੱਚ। ਉਹ ਕਹਿੰਦਾ ਹੈ ਕਿ ਮੇਰੀਆਂ ਵਿਧੀਆਂ ਤੇ ਵਿਧਾਨ ਨੂੰ ਪੂਰੀਆਂ ਕਰੋ। ਜੇਕਰ ਤੁਸੀਂ ਜੀਵਨ ਗੁਜ਼ਾਰਨਾ ਹੈ, ਚੰਗਾ ਜੀਵਨ ਜਿਉਣਾ ਹੈ, ਤਾਂ ਵਿਧੀਆਂ ਦੀ ਪਾਲਣਾ ਕਰੋ। ਤੇ ਜੇਕਰ ਅਸੀਂ ਜੀਵਨ ਨਹੀਂ ਜੀਣਾ ਹੈ, ਮਰਨਾ ਚਾਹੁੰਦੇ ਹਾਂ, ਤੇ ਫਿਰ ਅਸੀਂ ਭਾਵੇਂ ਆਪਣੀਆਂ ਮਰਜ਼ੀਆਂ ਕਰੀ ਜਾਈਏ। ਜੇਕਰ ਅਸੀਂ ਸੱਚਮੁੱਚ ਜੀਵਨ ਗੁਜ਼ਾਰਨਾ ਹੈ, ਜੇਕਰ ਅਸੀਂ ਸੱਚਮੁੱਚ ਪ੍ਰਭੂ ਦੇ ਰਾਜ ਦੇ ਵਿੱਚ ਦਾਖਲ ਹੋਣਾ ਹੈ, ਸਵਰਗ ਰਾਜ ਦੇ ਵਿੱਚ ਜੇਕਰ ਅਸੀਂ ਐਂਟਰੀ ਕਰਨੀ ਹੈ, ਤਾਂ ਫਿਰ ਅਸੀਂ ਇਹਨਾਂ ਵਿਧੀਆਂ ਅਤੇ ਵਿਧਾਨ ਜੋ ਸਾਨੂੰ ਦਿੱਤੇ ਗਏ ਹਨ, ਅਸੀਂ ਉਹਨਾਂ ਅਨੁਸਾਰ ਜੀਵਨ ਗੁਜ਼ਾਰਨਾ ਹੈ। ਤੇ ਪਿਆਰਿਓ, 9ਵੀਂ ਆਇਤ ਦੇ ਵਿੱਚ ਵੀ ਅਸੀਂ ਸਾਰੇ ਧਿਆਨ ਦਈਏ। ਕਹਿੰਦਾ, ਲਿਖਿਆ ਹੈ, ਤੁਸੀਂ ਕੇਵਲ ਸੁਚੇਤ ਰਹੋ ਅਤੇ ਆਪਣੇ ਆਪ ਦਾ ਪੂਰਨ ਧਿਆਨ ਵੀ ਰੱਖੋ, ਤਾਂ ਜੋ ਤੁਸੀਂ ਇਹ ਸਭ ਗੱਲਾਂ ਭੁੱਲ ਨਾ ਜਾਇਓ। ਹੁਣ ਇਹ ਕਿਹੜੀਆਂ ਗੱਲਾਂ ਹਨ ਜਿਹੜੀਆਂ ਅਸੀਂ ਨਹੀਂ ਭੁੱਲਣੀਆਂ? ਕਿਹੜੀਆਂ ਗੱਲਾਂ ਹਨ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਯਾਦ ਰੱਖਣਾ ਹੈ? ਪਿਆਰਿਓ, ਉਹ ਹਨ ਖੁਦਾ ਦੇ 10 ਹੁਕਮ, ਜਿਨ੍ਹਾਂ ਦੇ ਬਾਰੇ ਅਸੀਂ ਕੂਚ ਦਾ ਗ੍ਰੰਥ ਉਹਦਾ 20 ਅਧਿਆਇ 1 ਆਇਤ ਤੋਂ ਅਸੀਂ ਪੜ੍ਹਦੇ ਹਾਂ, ਜਦੋਂ ਖੁਦਾ ਨੇ ਮੂਸਾ ਨੂੰ ਸਿਨਾਈ ਪਹਾੜ ਦੇ ਉੱਤੇ ਸੱਦਿਆ ਅਤੇ ਉਸ ਨੂੰ 10 ਹੁਕਮ ਦਿੱਤੇ। ਹੁਣ ਇਹਨਾਂ 10 ਹੁਕਮਾਂ ਨੂੰ, ਇਹ ਜੋ ਵਿਧੀਆਂ ਤੇ ਵਿਧਾਨ ਹਨ, ਅਸੀਂ ਇਹਨਾਂ ਦੇ ਅਨੁਸਾਰ ਜੀਵਨ ਗੁਜ਼ਾਰਨਾ ਹੈ। ਹਾਂ ਪਿਆਰਿਓ, ਤੁਹਾਨੂੰ ਸਾਰਿਆਂ ਨੂੰ ਖੁਦਾ ਦੇ 10 ਹੁਕਮ ਆਉਂਦੇ ਹਨ। ਤੁਸੀਂ ਤਾਲੀਮ ਦੇ ਵਿੱਚ ਚੰਗੀ ਤਰ੍ਹਾਂ ਪੜ੍ਹਿਆ ਹੈ, ਪਿੱਛੇ ਜੇ ਬੱਚਿਆਂ ਨੇ ਪੇਪਰ ਵੀ ਦਿੱਤੇ ਹਨ, ਮਾਪਿਆਂ ਨੂੰ ਵੀ ਆਉਂਦੇ ਹਨ, ਬਜ਼ੁਰਗਾਂ ਨੂੰ ਵੀ ਆਉਂਦੇ ਹਨ, ਕਿਉਂਕਿ ਤੁਹਾਨੂੰ ਇਹ ਸਿਖਾਏ ਗਏ ਹਨ। ਇਹਨਾਂ ਨੂੰ ਅਸੀਂ ਹਮੇਸ਼ਾ ਹੀ ਪੱਲੇ ਬੰਨ੍ਹੀ ਰੱਖਣਾ ਹੈ, ਭੁੱਲਣਾ ਨਹੀਂ ਹੈ। ਸੁਚੇਤ ਰਹਿਣਾ ਹੈ ਕਿ ਇਹ ਵਿਧੀਆਂ ਤੇ ਵਿਧਾਨ ਅਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਈਏ। ਤੇ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਸਿਖਾਉਣਾ ਹੈ, ਉਹਦੇ ਬਾਰੇ ਵੀ ਅਸੀਂ ਵਿਵਸਥਾ ਸਾਰ ਦੀ ਪੁਸਤਕ ਦੇ ਵਿੱਚ ਹੀ ਪੜ੍ਹਦੇ ਹਾਂ, 6ਵੇਂ ਅਧਿਆਇ ਦੇ ਵਿੱਚ, ਜਿੱਥੇ ਬੜਾ ਸਾਫ਼-ਸਾਫ਼ ਲਿਖਿਆ ਹੈ ਕਿ ਤੁਸੀਂ ਇਸ ਵਿਧੀ ਅਤੇ ਵਿਧਾਨ ਦੇ ਬਾਰੇ ਆਪਣੇ ਬੱਚਿਆਂ ਨੂੰ ਸਿਖਾਓ। ਕਦੋਂ ਸਿਖਾਉਣਾ ਹੈ? ਉਹਨਾਂ ਦੇ ਨਾਲ ਘਰ ਦੇ ਵਿੱਚ ਬੈਠਣ ਦੇ ਸਮੇਂ, ਰਾਹ ਵਿੱਚ ਤੁਰੇ ਜਾਂਦਿਆਂ ਸਮੇਂ, ਰਾਤ ਨੂੰ ਸੌਣ ਵੇਲੇ ਉਹਨਾਂ ਨੂੰ ਇਹ 10 ਹੁਕਮ, ਯਾਨੀ ਕਿ ਖੁਦਾ ਦੀਆਂ ਜੋ ਵਿਧੀਆਂ ਤੇ ਵਿਧਾਨ ਹਨ, ਉਹਨਾਂ ਦੀ ਪਾਲਣਾ ਕਰਨੀ ਸਿਖਾਓ। ਤੇ ਜਦੋਂ ਪਿਆਰਿਓ ਸਾਡੇ ਪਰਿਵਾਰਾਂ ਦੇ ਵਿੱਚ ਖੁਦਾ ਦੇ ਇਸ ਵਿਧੀ ਵਿਧਾਨ ਦੀ ਪਾਲਣਾ ਹੋਣੀ ਸ਼ੁਰੂ ਹੋ ਗਈ, ਖੁਦਾ ਸਾਨੂੰ ਬਰਕਤ ਦੇਵੇਗਾ। ਸਾਡੀ ਜਿਹੜੀ ਐਂਟਰੀ ਸਵਰਗ ਦੇ ਵਿੱਚ ਹੈ ਉਹ ਪੱਕੀ ਹੋ ਜਾਵੇਗੀ। ਸਾਡਾ ਦਾਖਲਾ ਪੱਕਾ ਹੈ ਜੇਕਰ ਅਸੀਂ ਖੁਦਾ ਦੇ ਇਹਨਾਂ ਵਚਨਾਂ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਾਂਗੇ, ਤਾਂ ਸਾਡਾ ਸੱਚਮੁੱਚ ਸਵਰਗ ਦੇ ਵਿੱਚ ਦਾਖਲਾ ਪੱਕਾ ਹੈ। ਤੇ ਪਿਆਰਿਓ, ਜੇਕਰ ਨਰਕ ਵਿੱਚ ਜਾਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਆਪਣੀਆਂ ਮਰਜ਼ੀਆਂ ਕਰੀਏ। ਹੁਣ ਜੇਕਰ ਪੁੱਛ ਲਈਏ ਕਿ ਤੁਸੀਂ ਨਰਕ ਵਿੱਚ ਜਾਣਾ ਹੈ, ਤਾਂ ਤੁਸੀਂ ਫਿਰ ਡਰਨਾ ਹੈ। ਫਿਰ ਤੁਸੀਂ ਕਹਿਣਾ ਕਿ ਨਾ ਜੀ ਨਾ, ਅਸੀਂ ਨਰਕ ਵਿੱਚ ਨਹੀਂ ਜਾਣਾ ਹੈ।
ਤੇ ਤੁਹਾਨੂੰ ਯਾਦ ਆ ਜਾਏਗਾ ਫਿਰ ਉਹ ਅਮੀਰ ਆਦਮੀ ਦਾ ਕਿੱਸਾ ਵੀ, ਕਿ ਕਿਸ ਤਰ੍ਹਾਂ ਸੜ ਭੁੱਜ ਰਿਹਾ ਸੀ ਤੇ ਪਾਣੀ ਦੀ ਬੂੰਦ ਦੇ ਲਈ ਤਰਸਦਾ ਸੀ। ਹੁਣ ਇਸ ਸੀਨ ਨੂੰ ਵੀ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੱਖਣਾ ਹੈ। ਇਸੇ ਕਰਕੇ ਪ੍ਰਭੂ ਕਹਿੰਦਾ ਹੈ ਕਿ ਜੇਕਰ ਤੁਸੀਂ ਜਿਉਣਾ ਚਾਹੁੰਦੇ ਹੋ ਤਾਂ ਫਿਰ ਵਿਧੀ ਵਿਧਾਨ ਨੂੰ ਪੂਰਿਆਂ ਕਰੋ, ਖੁਦਾ ਦੇ ਹੁਕਮਾਂ ਨੂੰ ਮੰਨੋ, ਹੁਕਮਾਂ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰੋ ਤੇ ਖੁਦਾ ਤੁਹਾਨੂੰ ਫਿਰ ਬਰਕਤ ਦੇਵੇਗਾ। ਜਿਸ ਤਰ੍ਹਾਂ ਮੈਂ ਅੰਜੀਲ ਦੇ ਵਿੱਚ ਤੁਹਾਨੂੰ ਦੱਸਿਆ ਹੈ, ਪ੍ਰਭੂ ਕਹਿੰਦਾ ਹੈ ਕਿ ਪ੍ਰਭੂ ਦੀਆਂ ਨਜ਼ਰਾਂ ਵਿੱਚ ਉਹੀ ਮਹਾਨ ਬੰਦਾ ਹੈ, ਉਹੀ ਵੱਡਾ ਹੈ ਜਿਹੜਾ ਉਹਦੇ ਹੁਕਮਾਂ ਦੀ ਪਾਲਣਾ ਕਰਦਾ ਤੇ ਦੂਜਿਆਂ ਨੂੰ ਵੀ ਸਿਖਾਉਂਦਾ ਹੈ। ਤੇ ਅੱਜ ਮੂਸਾ ਦੇ ਰਾਹੀਂ ਵੀ ਇਹੋ ਹੀ ਸੰਦੇਸ਼ ਦਿੱਤਾ ਗਿਆ ਸੀ ਕਿ ਆਪਣੇ ਪਰਿਵਾਰ ਦੇ ਵਿੱਚ, ਟੱਬਰ ਦੇ ਵਿੱਚ, ਜੀਆ ਜੰਤ ਦੇ ਵਿੱਚ ਖੁਦਾ ਦੇ ਹੁਕਮਾਂ ਦੀ ਪਾਲਣਾ ਕਰਨੀ ਸਭ ਨੂੰ ਸਿਖਾਓ। ਅਸੀਂ ਵੀ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿਖਾਈਏ, ਖੁਦਾ ਦਾ ਡਰ ਖੌਫ ਸਿਖਾਈਏ, ਫਿਰ ਹੀ ਸਾਡੇ ਬੱਚੇ ਖੁਦਾ ਦੇ ਵਿੱਚ ਅੱਗੇ ਵਧਣਗੇ ਤੇ ਖੁਦਾ ਦੇ ਰਾਜ ਦੇ ਵਾਰਿਸ ਬਣ ਜਾਣਗੇ। ਨਹੀਂ ਤਾਂ ਫਿਰ ਉਹ ਸ਼ੈਤਾਨ ਦੇ ਰਾਜ ਦੇ ਵਾਰਿਸ ਬਣਨਗੇ, ਗਲਤ ਰਸਤੇ ਤੇ ਚੱਲਣਗੇ, ਗਲਤ ਸੁਸਾਇਟੀ ਵਿੱਚ ਉੱਠਣ ਬੈਠਣਗੇ ਅਤੇ ਤੁਹਾਡਾ ਵੀ ਉਹ ਬੇੜਾ ਗਰਕ ਕਰ ਦੇਣਗੇ। ਇਸ ਕਰਕੇ ਪਿਆਰਿਓ, ਅੱਜ ਅਸੀਂ ਫੈਸਲਾ ਕਰੀਏ ਕਿ ਅਸੀਂ ਖੁਦਾ ਦੇ ਵਿਧੀ ਵਿਧਾਨ ਨੂੰ ਚੰਗੀ ਤਰ੍ਹਾਂ ਜਾਣਾਂਗੇ, ਉਸ ਦੇ ਅਨੁਸਾਰ ਅਸੀਂ ਆਪਣਾ ਜੀਵਨ ਗੁਜ਼ਾਰਾਂਗੇ ਤਾਂ ਕਿ ਖੁਦਾ ਦੀਆਂ ਅਸੀਂ ਬਰਕਤਾਂ ਹਾਸਲ ਕਰਕੇ ਸਵਰਗ ਰਾਜ ਦੇ ਵੀ ਅਸੀਂ ਭਾਗੀ ਬਣ ਜਾਈਏ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।